ਸ਼੍ਰੀ ਅਕਾਲ ਪਿਆਰੇ ਬੱਚਿਓ, ਮੈਂ ਰਾਜਵਿੰਦਰ ਕੌਰ, ਵੋਕੇਸ਼ਨਲ ਟ੍ਰੇਨਰ ਟੂਰਿਜ਼ਮ ਐਂਡ ਹੌਸਪਿਟੈਲਿਟੀ ਮੈਨੇਜਮੈਂਟ। ਅੱਜ ਆਪਾਂ ਜਿਸ ਵਿਸ਼ੇ ਬਾਰੇ ਗੱਲ ਕਰਨ ਜਾ ਰਹੇ ਹਾਂ ਉਹ ਟੂਰਿਜ਼ਮ ਐਂਡ ਹੌਸਪਿਟੈਲਿਟੀ ਮੈਨੇਜਮੈਂਟ ਦਾ ਲੈਵਲ 2 ਦਾ ਵਿਸ਼ਾ ਹੈ ਮੈਨਰਸ ਐਂਡ ਐਟੀਕੇਟਸ। ਜੇ ਆਪਾਂ ਪੰਜਾਬੀ ਵਿੱਚ ਗੱਲ ਕਰੀਏ, ਮੈਨਰਸ ਐਂਡ ਐਟੀਕੇਟਸ ਦਾ ਮਤਲਬ ਦੋਨਾਂ ਦਾ ਹੀ ਮਤਲਬ ਸ਼ਿਸ਼ਟਾਚਾਰ ਹੁੰਦਾ ਹੈ। ਪਰ ਜੇ ਆਪਾਂ ਆਪਣੇ ਨੋਰਮਲ ਜ਼ਿੰਦਗੀ ਦੇ ਵਿੱਚ ਦੇਖੀਏ ਤਾਂ ਮੈਨਰਸ ਕੀ ਹੁੰਦੇ ਨੇਗੇ, ਇੱਕ ਸਲੀਕਾ ਹੁੰਦਾ ਹੈਗਾ, ਵਿਹਾਰ ਕਰਨ ਦਾ ਢੰਗ ਹੁੰਦਾ ਕਿ ਆਪਾਂ ਕਿਸੇ ਨਾਲ ਗੱਲ ਕਿਵੇਂ ਕਰਨੀ ਹੈ, ਆਪਾਂ ਕਿਸੇ ਨਾਲ ਕਿਵੇਂ ਪੇਸ਼ ਆਉਂਦੇ ਹਾਂ, ਉਹ ਆਪਣੇ ਮੈਨਰਸ ਸ਼ੋ ਕਰਦੇ ਨੇਗੇ। ਅਤੇ ਦੂਜੇ ਪਾਸੇ ਜੇ ਆਪਾਂ ਐਟੀਕੇਟਸ ਦੀ ਗੱਲ ਕਰੀਏ, ਐਟੀਕੇਟਸ ਦਾ ਮਤਲਬ ਹੁੰਦਾ ਹੈ ਇਹ ਇੱਕ ਸਪੈਸੀਫਿਕ ਰੂਲਸ ਹੁੰਦੇ ਨੇਗੇ ਜੋ ਆਪਾਂ ਸਾਰਿਆਂ ਨੂੰ ਫੋਲੋ ਕਰਨੇ ਹੁੰਦੇ ਨੇ। ਇਹ ਰੂਲਸ ਕਲਚਰ ਟੂ ਕਲਚਰ ਵੀ ਵੇਰੀ ਕਰ ਸਕਦੇ ਨੇਗੇ, ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਵੀ ਡਿਫਰੈਂਟ ਹੋ ਸਕਦੇ ਨੇਗੇ। ਹੁਣ ਜੇ ਆਪਾਂ ਇਹਨਾਂ ਦੋਨਾਂ 'ਚ ਇੱਕ ਡਿਫਰੈਂਸ ਦਿਖਾਉਣਾ ਹੋਵੇ ਉਦਾਹਰਨ ਦੇ ਤੌਰ 'ਤੇ, ਤਾਂ ਆਪਾਂ ਖਾਣਾ ਖਾ ਰਹੇ ਹਾਂ ਟੇਬਲ 'ਤੇ, ਖਾਣਾ ਖਾ ਕੇ ਆਪਾਂ ਥੈਂਕ ਯੂ ਕਿਹਾ, ਉਹ ਕੀ ਸੀ, ਉਹ ਆਪਣੇ ਮੈਨਰ ਸ਼ੋ ਕਰ ਰਹੇ ਸੀਗੇ। ਬਟ ਖਾਣਾ ਖਾਣ ਦੇ ਟਾਈਮ 'ਤੇ ਆਪਾਂ ਪਲੇਟਸ ਨੂੰ ਕਿਵੇਂ ਅਰੇਂਜ ਕੀਤਾ ਹੋਇਆਗਾ, ਫੋਕ ਐਂਡ ਨਾਈਫ ਨੂੰ ਕਿਵੇਂ ਯੂਜ਼ ਕਰਨਾ ਹੈ, ਸਪੂਨ ਦਾ ਕੀ ਯੂਜ਼ ਕਰਨਾ ਹੈ, ਉਹ ਕੀ ਨੇ, ਐਟੀਕੇਟਸ ਨੇ। ਇਹ ਤਾਂ ਇੱਕ ਸਿੰਪਲ ਜਿਹੀ ਉਦਾਹਰਨ ਦੇ ਤੌਰ 'ਤੇ ਮੈਂ ਤੁਹਾਨੂੰ ਮੈਨਰਸ ਐਂਡ ਐਟੀਕੇਟਸ ਵਿੱਚ ਡਿਫਰੈਂਸ ਸਮਝਾਇਆ ਹੈ। ਜੇ ਆਪਾਂ ਨੋਰਮਲ ਆਪਣੀ ਇੱਕ ਪ੍ਰੋਫੈਸ਼ਨਲ ਲਾਈਫ ਨੂੰ ਛੱਡ ਕੇ, ਮੈਨਰਸ ਐਂਡ ਐਟੀਕੇਟਸ ਨੂੰ ਛੱਡ ਕੇ ਆਪਾਂ ਆਪਣੀ ਨੋਰਮਲ ਜ਼ਿੰਦਗੀ ਬਾਰੇ ਗੱਲ ਕਰੀਏ ਕਿ ਮੈਨਰਸ ਐਂਡ ਐਟੀਕੇਟਸ ਦੀ ਕੀ ਮਹੱਤਤਾ ਹੈ। ਜੇ ਕੋਈ ਆਪਣੇ ਘਰ ਆਉਂਦਾ ਹੈ ਜਾਂ ਆਪਾਂ ਕਿਸੇ ਦੇ ਘਰ ਜਾਂਦੇ ਹਾਂ ਤਾਂ ਆਪਾਂ ਸਭ ਤੋਂ ਪਹਿਲੀ ਚੀਜ਼ ਕੀ ਨੋਟਿਸ ਕਰਦੇ ਹਾਂ ਕਿ ਉਹਨਾਂ ਨੇ ਆਪਣੇ ਨਾਲ ਕਿਵੇਂ ਗੱਲਬਾਤ ਕੀਤੀ, ਕਿਵੇਂ ਦਾ ਵਿਹਾਰ ਸੀ ਉਹਨਾਂ ਦਾ, ਉਹਨਾਂ ਦੇ ਫੇਸ਼ੀਅਲ ਐਕਸਪ੍ਰੈਸ਼ਨ ਕਿੱਦਾਂ ਦੇ ਸੀਗੇ, ਉਹ ਖੁਸ਼ ਲੱਗ ਰਹੇ ਸੀ ਜਾਂ ਖਿਜੇ ਲੱਗ ਰਹੇ ਸੀ। ਆਪਾਂ ਸਾਰੀਆਂ ਚੀਜ਼ਾਂ ਨੋਟਿਸ ਕਰਦੇ ਹਾਂ ਅਤੇ ਆਪਾਂ ਆਪਣੇ ਘਰ ਆ ਕੇ ਫਿਰ ਗੱਲ ਵੀ ਕਰਦੇ ਹਾਂ ਕਈ ਵਾਰ। ਇਹ ਸਾਰੀਆਂ ਚੀਜ਼ਾਂ ਇਹੀ ਸ਼ੋਅ ਕਰਦੀਆਂ ਨੇ ਕਿ ਆਪਾਂ ਨੂੰ ਕਿਸੇ ਨਾਲ ਵੀ ਗੱਲਬਾਤ ਕਰਦੇ ਹੋਏ, ਚਾਹੇ ਉਹ ਆਪਣੇ ਘਰ ਦਾ ਪਰਿਵਾਰਕ ਮੈਂਬਰ ਹੋਵੇ, ਚਾਹੇ ਆਪਾਂ ਕਿਸੇ ਜੌਬ ਰੋਲ 'ਤੇ ਆਪਣੇ ਕੰਮ ਵਾਲੀ ਜਗ੍ਹਾ 'ਤੇ ਹਾਂ, ਉੱਥੇ ਆਪਾਂ ਨੂੰ ਸਭ ਨਾਲ ਮੈਨਰਸ ਨਾਲ ਗੱਲ ਕਰਨੀ ਚਾਹੀਦੀ ਹੈ। ਇੱਕ ਵਧੀਆ ਫੇਸ਼ੀਅਲ ਐਕਸਪ੍ਰੈਸ਼ਨ ਆਪਣੇ ਬਣਾਉਣੇ ਚਾਹੀਦੇ ਨੇ, ਕਿਸੇ ਨਾਲ ਗੱਲ ਕਰਨ ਲੱਗੇ ਸਲੀਕੇ ਨਾਲ ਗੱਲ ਕਰਨੀ ਚਾਹੀਦੀ ਹੈ ਆਪਾਂ ਨੂੰ, ਅਤੇ ਆਪਣੇ ਐਟੀਕੇਟਸ ਸ਼ੋਅ ਕਰਨੇ ਚਾਹੀਦੇ ਨੇਗੇ। ਇਹੀ ਜੇ ਆਪਾਂ ਗੱਲ ਕਰੀਏ ਸਕੂਲ ਵਿੱਚ ਇੱਕ ਟੀਚਰ ਹਮੇਸ਼ਾ ਕੀ ਚਾਹੁੰਦਾ ਹੈ ਕਿ ਉਹਨਾਂ ਦਾ ਬੱਚਾ ਵਧੀਆ ਤਰੀਕੇ ਨਾਲ ਸਾਰਿਆਂ ਨਾਲ ਵਿਹਾਰ ਕਰੇ, ਟੀਚਰ ਨੂੰ ਵਧੀਆ ਰਿਸਪੈਕਟ ਨਾਲ ਬੋਲੇ। ਇਹ ਕੀ ਨੇ, ਇੱਕ ਮੈਨਰਸ ਹੀ ਹੁੰਦੇ ਨੇਗੇ ਜੋ ਬੱਚੇ ਨੂੰ ਦੂਸਰੇ ਬੱਚੇ ਤੋਂ ਡਿਫਰੈਂਟ ਬਣਾਉਂਦੇ ਨੇ। ਔਰ ਕਿਤਾਬੀ ਹੁਨਰ ਨਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ ਹੈ ਕਿ ਹਾਂ ਜਿਹੜਾ ਬੱਚਾ ਇੰਟੈਲੀਜੈਂਟ ਹੈ ਉਹ 'ਚ ਜ਼ਿਆਦਾ ਮੈਨਰਸ ਹੋਣਗੇ, ਇਸ ਚੀਜ਼ ਦਾ ਕੋਈ ਲਿੰਕ ਨਹੀਂ ਹੈ। ਅਤੇ ਆਪਾਂ ਨੂੰ ਕੀ ਹੈਗਾ, ਇਹ ਇੱਕ ਸੌਫਟ ਸਕਿੱਲ ਹੈ, ਤਕਨੀਕੀ ਹੁਨਰ ਹੈ ਜੋ ਕਿ ਆਪਾਂ ਨੂੰ ਟਾਈਮ ਟੂ ਟਾਈਮ ਆਪਾਂ ਆਪਣੀ ਜ਼ਿੰਦਗੀ ਵਿੱਚ ਸਿੱਖਦੇ ਹਾਂ। ਆਪਾਂ ਜੰਮਦੇ ਹੀ ਮੈਨਰਸ ਨਾਲ ਪੈਦਾ ਨਹੀਂ ਹੁੰਦੇ ਹੈਗੇ। ਆਪਾਂ ਨੂੰ ਇਹ ਕੀ ਆ, ਆਪਣੀ ਡੇ ਟੂ ਡੇ ਲਾਈਫ ਵਿੱਚ ਆਪਾਂ ਜਿਵੇਂ ਲੋਕਾਂ ਵਿੱਚ ਵਿਚਰਦੇ ਹਾਂ, ਜਿਵੇਂ ਆਪਾਂ ਨਵੀਆਂ ਚੀਜ਼ਾਂ ਸਿੱਖਦੇ ਹਾਂ, ਆਪਾਂ ਇਹਨਾਂ ਚੀਜ਼ਾਂ ਨੂੰ ਅਡੋਪਟ ਕਰਦੇ ਹਾਂ, ਆਪਾਂ ਨਵੀਆਂ ਚੀਜ਼ਾਂ ਸਿੱਖਦੇ ਹਾਂਗੇ। ਅੱਜ ਆਪਾਂ ਜੋ ਸਪੈਸੀਫਿਕ ਟੌਪਿਕ 'ਤੇ ਗੱਲ ਕਰਾਂਗੇ ਉਹ ਆਪਾਂ ਕਰਾਂਗੇ ਕਿ ਮੈਨਰਸ ਐਂਡ ਐਟੀਕੇਟਸ ਜਦੋਂ ਆਪਾਂ ਕਿਸੇ ਹੋਟਲ ਇੰਡਸਟਰੀ ਵਿੱਚ ਕੰਮ ਕਰ ਰਹੇ ਹਾਂ, ਉਦੋਂ ਗੈਸਟ ਨਾਲ ਆਪਾਂ ਕਿਵੇਂ ਡੀਲ ਕਰਨਾ ਹੈ, ਕਿਵੇਂ ਦੇ ਮੈਨਰਸ ਐਂਡ ਐਟੀਕੇਟਸ ਆਪਾਂ ਸ਼ੋਅ ਕਰਨੇ ਨੇਗੇ। ਇਹ ਤੁਸੀਂ ਹੁਣ ਕੁਝ ਫੇਸ਼ੀਅਲ ਐਕਸਪ੍ਰੈਸ਼ਨ ਦੇਖ ਰਹੇ ਹੋਗੇ, ਕੀ ਤੁਹਾਨੂੰ ਲੱਗਦਾ ਹੈ ਕਿ ਐਵੇਂ ਦੇ ਆਪਾਂ ਨੂੰ ਐਕਸਪ੍ਰੈਸ਼ਨ ਦੇਣੇ ਚਾਹੀਦੇ ਨੇਗੇ ਗੈਸਟ ਨੂੰ, ਜਾਂ ਕਿਸੇ ਨੂੰ ਵੀ ਜੇ ਆਪਣੇ ਕੋਈ ਘਰ ਵੀ ਆਉਂਦਾ ਹੈ? ਮੇਰੇ ਖਿਆਲ ਵਿੱਚ ਨਹੀਂ ਦੇਣੇ ਚਾਹੀਦੇ, ਕਿਉਂਕਿ ਇਹਦੇ ਨਾਲ ਸਾਹਮਣੇ ਵਾਲੇ ਨੂੰ ਲੱਗੇਗਾ ਕਿ ਆਪਾਂ ਉਸ ਦੀ ਗੱਲ ਵਿੱਚ ਕੋਈ ਇੰਟਰਸਟ ਨਹੀਂ ਲੈ ਰਹੇ, ਆਪਾਂ ਬਹੁਤ ਖਿਜੇ ਹੋਏ ਹਾਂ। ਔਰ ਸਪੈਸ਼ਲੀ ਜੇ ਕੋਈ ਗੈਸਟ ਆਪਣੇ ਹੋਟਲ ਵਿੱਚ ਆਇਆ ਹੈ, ਆਪਾਂ ਉਹਨੂੰ ਐਵੇਂ ਦੇ ਐਕਸਪ੍ਰੈਸ਼ਨ ਬਣਾ ਕੇ ਦਿਖਾਵਾਂਗੇ, ਕਿਤੇ ਖਿਜੇ ਹੋਏ, ਕਿਤੇ ਰੋ ਕੇ, ਕਿ ਆਪਾਂ ਬਹੁਤ ਥੱਕੇ ਹੋਏ ਹਾਂ, ਅੱਕੇ ਹੋਏ ਹਾਂ, ਤਾਂ ਗੈਸਟ ਕਦੇ ਵੀ ਦੁਬਾਰਾ ਆਪਣੇ ਹੋਟਲ ਵਿੱਚ ਜਾਂ ਰੈਸਟੋਰੈਂਟ ਵਿੱਚ ਨਹੀਂ ਆਏਗਾ। ਇਸ ਨਾਲ ਕੀ ਹੋਏਗਾ, ਆਪਣੇ ਬਿਜ਼ਨਸ ਦਾ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਅਤੇ ਆਪਣੀ ਜਿਹੜੀ ਇੱਕ ਕੰਪਨੀ ਦੀ ਸ਼ਾਖਾ ਹੈ ਉਹਦੇ ਉੱਤੇ ਗਲਤ ਅਸਰ ਪਏਗਾ। ਆਪਣੇ ਐਕਸਪ੍ਰੈਸ਼ਨ ਕਿੱਦਾਂ ਦੇ ਹੋਣੇ ਚਾਹੀਦੇ ਨੇਗੇ? ਆਪਾਂ ਨੂੰ ਹਮੇਸ਼ਾ ਸਮਾਈਲ ਕਰਦੇ ਰਹਿਣਾ ਚਾਹੀਦਾ ਹੈ। ਆਪਾਂ ਨੂੰ ਕਦੇ ਇਹ ਨਹੀਂ ਸ਼ੋਅ ਕਰਨਾ ਚਾਹੀਦਾ ਕਿ ਅਸੀਂ ਅੱਕੇ ਹੋਏ ਹਾਂ, ਹਮੇਸ਼ਾ ਹੈਲਪਫੁਲ ਨੇਚਰ ਸ਼ੋਅ ਕਰਨੀ ਚਾਹੀਦੀ ਹੈ। ਜਾਂ ਗੈਸਟ ਨੂੰ ਹਮੇਸ਼ਾ ਇਹ ਲੱਗਣਾ ਚਾਹੀਦਾ ਹੈ ਕਿ ਆਪਾਂ ਉਹਨਾਂ ਦੀ ਹੈਲਪ ਲਈ ਰੈਡੀ ਹਾਂ। ਕਦੇ ਵੀ ਉਹਨਾਂ ਨੂੰ ਇਹ ਨਹੀਂ ਲੱਗਣਾ ਚਾਹੀਦਾ ਕਿ
ਆਪਾਂ ਥੱਕੇ ਹੋਏ ਹਾਂ, ਆਪਾਂ 8-9 ਘੰਟੇ ਦੀ ਸ਼ਿਫਟ ਕਰਕੇ ਹਟੇ ਆਂਗੇ ਅਤੇ ਆਪਣੇ ਬਹੁਤ ਜ਼ਿਆਦਾ ਐਗਜ਼ੌਸਟ ਹੋ ਚੁੱਕੇ ਹਾਂ, ਇਸ ਚੀਜ਼ ਦਾ ਗੈਸਟ ਨੂੰ ਨਹੀਂ ਪਤਾ ਲੱਗਣਾ ਚਾਹੀਦਾ। ਹਮੇਸ਼ਾ ਇੱਕ ਹੈਲਪਫੁਲ ਨੇਚਰ ਸ਼ੋਅ ਕਰਨੀ ਚਾਹੀਦੀ ਹੈ। ਔਰ ਜਦੋਂ ਵੀ ਗੈਸਟ ਨਾਲ ਗੱਲ ਕਰਨੀ ਹੈ, ਆਈ ਕੰਟੈਕਟ ਬਣਾ ਕੇ ਰੱਖਣਾ ਹੈ, ਉਹਨਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਨੀ ਹੈ, ਤਾਂ ਕਿ ਉਹਨਾਂ ਨੂੰ ਲੱਗੇ ਕਿ ਤੁਸੀਂ ਇੰਟਰਸਟ ਲੈ ਰਹੇ ਹੋ ਗੱਲ ਕਰਨ ਵਿੱਚ। ਇਹ ਨਾ ਹੋਵੇ ਕਿ ਗੈਸਟ ਤੁਹਾਡੇ ਨਾਲ ਗੱਲ ਕਰ ਰਿਹਾ ਅਤੇ ਤੁਸੀਂ ਨੀਚੇ ਵੇਖ ਰਹੇ ਹੋ, ਕਦੇ ਸਾਈਡ 'ਤੇ ਵੇਖ ਰਹੇ ਹੋਗੇ। ਇਹਦੇ ਨਾਲ ਕੀ ਸ਼ੋਅ ਹੁੰਦਾ ਕਿ ਤੁਸੀਂ ਉਹਨਾਂ ਦੀ ਗੱਲ ਵਿੱਚ ਕੋਈ ਇੰਟਰਸਟ ਨਹੀਂ ਲੈ ਰਹੇ। ਜਦੋਂ ਆਪਾਂ ਕਿਸੇ ਗੈਸਟ ਨਾਲ ਗੱਲ ਕਰਨੀ ਹੈ ਤਾਂ ਆਪਾਂ ਨੂੰ ਕਿੰਨਾ ਡਿਸਟੈਂਸ ਬਣਾ ਕੇ ਰੱਖਣਾ ਚਾਹੀਦਾ ਹੈ, ਕਿਵੇਂ ਗੱਲ ਕਰਨੀ ਚਾਹੀਦੀ ਹੈ। ਹਮੇਸ਼ਾ 2 ਫੀਟ ਦਾ ਡਿਸਟੈਂਸ ਬਣਾ ਕੇ ਰੱਖਣਾ ਚਾਹੀਦਾ ਹੈ ਗੈਸਟ ਨਾਲ ਗੱਲ ਕਰਦੇ ਹੋਏ। ਔਰ ਆਪਣੀ ਆਵਾਜ਼ ਨੂੰ ਹਮੇਸ਼ਾ ਸੌਫਟ ਅਤੇ ਕਲੀਅਰ ਰੱਖੋ। ਸਪਸ਼ਟ ਉਚਾਰਨ ਕਰੋ ਜਿਸ ਗੱਲ ਦਾ ਵੀ, ਜੋ ਵੀ ਤੁਸੀਂ ਗੱਲ ਕਰਨੀ ਉਹਦਾ ਸਪਸ਼ਟ ਉਚਾਰਨ ਕਰੋ ਅਤੇ ਆਰਾਮ ਨਾਲ ਗੱਲ ਕਰੋ। ਆਪਣੇ ਹੱਥਾਂ ਦੀ ਅਤੇ ਫੇਸ਼ੀਅਲ ਐਕਸਪ੍ਰੈਸ਼ਨ ਨੂੰ ਅਵੋਇਡ ਕਰੋ, ਜ਼ਿਆਦਾ ਮੂੰਹ ਬਣਾਉਣੇ ਜਾਂ ਆਪਣੇ ਜ਼ਿਆਦਾ ਹੱਥ ਹਿਲਾਣੇ। ਇਹਨਾਂ ਚੀਜ਼ਾਂ ਨੂੰ ਆਪਾਂ ਨੂੰ ਗੈਸਟ ਨਾਲ ਗੱਲ ਕਰਦੇ ਹੋਏ ਆਪਾਂ ਨੂੰ ਹੱਥ ਆਪਣੇ ਜ਼ਿਆਦਾ ਨਹੀਂ ਹਿਲਾਉਣੇ ਚਾਹੀਦੇ ਅਤੇ ਆਪਾਂ ਨੂੰ ਮੂੰਹ ਵੀ ਜ਼ਿਆਦਾ ਨਹੀਂ ਬਣਾਉਣੇ ਚਾਹੀਦੇ। ਨੋਰਮਲ ਤਰੀਕੇ ਨਾਲ ਰਹਿ ਕੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ। ਆਪਣਾ ਖੜ੍ਹਨ ਦਾ ਪੋਸਚਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ? ਸਿੱਧੇ ਖੜ੍ਹੇ ਹੋਣਾ ਹੈ। ਤੁਹਾਡੇ ਸਰੀਰ ਦਾ ਭਾਰ ਤੁਹਾਡੇ ਦੋਨੇ ਪੈਰਾਂ 'ਤੇ ਹੋਵੇ। ਆਪਣੇ ਸ਼ੋਲਡਰ ਸਟਰੇਟ ਹੋਣੇ ਚਾਹੀਦੇ ਨੇਗੇ। ਪੇਟ ਅੰਦਰ ਹੋਣਾ ਚਾਹੀਦਾ ਹੈ, ਜਿੱਦਾਂ ਕਿ ਤੁਸੀਂ ਫੋਟੋ ਦੇ ਵਿੱਚ ਦੇਖ ਹੀ ਰਹੇ ਹੋਗੇ। ਇਹਦੇ ਨਾਲ ਕੀ ਹੁੰਦਾ, ਇੱਕ ਪ੍ਰੋਫੈਸ਼ਨਲ ਐਟੀਟਿਊਡ ਸ਼ੋ ਹੁੰਦਾ ਹੈ ਕਿ ਇਹ ਜਿਹੜੇ ਪ੍ਰੋਫੈਸ਼ਨਲ ਲੋਕ ਇੱਥੇ ਕੰਮ ਕਰ ਰਹੇ ਨੇਗੇ। ਆਪਣੇ ਹੈਂਡਸ ਦੀ ਕੀ ਪੋਜੀਸ਼ਨ ਹੋਣੀ ਚਾਹੀਦੀ ਹੈ ਜਦੋਂ ਆਪਾਂ ਕਿਸੇ ਗੈਸਟ ਨਾਲ ਗੱਲ ਕਰ ਰਹੇ ਹਾਂ? ਆਪਣੇ ਹੱਥਾਂ ਨੂੰ ਪਿੱਛੇ ਰੱਖੋ, ਬੈਕ 'ਤੇ ਰੱਖੋ। ਆਪਣੇ ਹੱਥਾਂ ਨੂੰ ਕਦੇ ਵੀ ਪੋਕਟ ਵਿੱਚ ਨਾ ਪਾਓ, ਕਿਉਂਕਿ ਇਹਦੇ ਨਾਲ ਕੀ ਹੁੰਦਾ ਹੈ, ਇੱਕ ਬੈਡ ਬਾਡੀ ਪੋਸਚਰ ਸ਼ੋ ਹੁੰਦਾ ਹੈ ਕਿ ਹਾਂ ਅਸੀਂ ਇੰਟਰਸਟਡ ਨਹੀਂ ਹੈਗੇ ਤੁਹਾਡੀ ਗੱਲ ਵਿੱਚ। ਆਪਣੀਆਂ ਬਾਹਾਂ ਨੂੰ ਕਦੇ ਵੀ ਕ੍ਰੋਸ ਕਰਕੇ ਨਾ ਖੜ੍ਹੇ ਹੋਵੋ। ਇਹ ਬਹੁਤ ਹੀ ਇੱਕ ਰਿਜਿਡ ਐਟੀਟਿਊਡ ਸ਼ੋ ਕਰਦਾ ਹੈ ਕਿ ਮੈਂ ਤੁਹਾਡੀ ਗੱਲ ਸੁਣਨ ਵਿੱਚ ਬਿਲਕੁਲ ਵੀ ਇੰਟਰਸਟਡ ਨਹੀਂ ਹਾਂ ਅਤੇ ਨਾ ਹੀ ਮੈਂ ਸੁਣਨਾ ਚਾਹੁੰਦਾ ਹਾਂ। ਜੇ ਆਪਾਂ ਕਾਊਂਟਰ 'ਤੇ ਖੜ੍ਹੇ ਹਾਂ, ਰਿਸੈਪਸ਼ਨ ਕਾਊਂਟਰ 'ਤੇ ਖੜ੍ਹੇ ਹਾਂ, ਫਿਰ ਵੀ ਆਪਾਂ ਨੂੰ ਸਿੱਧੇ ਖੜ੍ਹੇ ਹੋ ਕੇ ਗੱਲ ਕਰਨੀ ਚਾਹੀਦੀ ਹੈ। ਇੱਦਾਂ ਨਹੀਂ ਕਿ ਆਪਾਂ ਟੇਬਲ 'ਤੇ ਟੇਢੇ ਹੋ ਰਹੇ ਹਾਂ, ਇੱਦਾਂ ਹੋ ਕੇ ਕਦੇ ਵੀ ਗੱਲ ਨਹੀਂ ਕਰਨੀ ਚਾਹੀਦੀ। ਜਦੋਂ ਗੈਸਟ ਆਸ-ਪਾਸ ਨਾ ਵੀ ਹੋਣ ਤਾਂ ਕਿੱਦਾਂ ਦਾ ਮਾਹੌਲ ਹੋਣਾ ਚਾਹੀਦਾ ਹੈ ਆਪਣੇ ਰੈਸਟੋਰੈਂਟ, ਹੋਟਲ ਦੇ ਵਿੱਚ ਜਾਂ ਰੈਸਟੋਰੈਂਟ ਦੇ ਵਿੱਚ? ਆਪਾਂ ਨੂੰ ਹਮੇਸ਼ਾ ਨੋਇਸ ਨਹੀਂ ਕਰਨੀ ਚਾਹੀਦੀ ਹੈਗੀ। ਹਮੇਸ਼ਾ ਇੱਕ ਵਧੀਆ ਐਟਮੋਸਫੀਅਰ ਬਣਾ ਕੇ ਰੱਖਣਾ ਚਾਹੀਦਾ ਹੈ। ਜੇ ਆਪਾਂ ਗੈਸਟ ਨਾਲ ਗੱਲ ਨਹੀਂ ਵੀ ਕਰ ਰਹੇ ਤਾਂ ਵੀ ਕਦੇ ਵੀ ਗਰੁੱਪਸ ਬਣਾ ਕੇ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਹੈਗੀਆਂ ਕਿ ਆਪਾਂ ਕੋਰੀਡੋਰ ਦੇ ਵਿੱਚ ਖੜ੍ਹੇ ਹਾਂ ਅਤੇ ਆਪਾਂ ਖੜ੍ਹੇ ਹੋ ਕੇ ਉੱਚੀ ਉੱਚੀ ਗੱਲਾਂ ਕਰ ਰਹੇ ਹੈਗੇ। ਇਸ ਨਾਲ ਕੀ ਆ, ਇੱਕ ਬੈਡ ਐਟਮੋਸਫੀਅਰ ਪੈਦਾ ਹੁੰਦਾ ਹੈ। ਤੁਰਨ ਵੇਲੇ ਕਿੱਦਾਂ ਦੇ ਐਟੀਕੇਟਸ ਹੋਣੇ ਚਾਹੀਦੇ ਨੇ? ਜਦੋਂ ਆਪਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਮੂਵ ਕਰ ਰਹੇ ਹਾਂ ਆਪਣੇ ਹੋਟਲ ਦੇ ਵਿੱਚ ਜਾਂ ਰੈਸਟੋਰੈਂਟ ਦੇ ਵਿੱਚ, ਆਪਾਂ ਕਿਸੇ ਦਾ ਔਡਰ ਲੈ ਕੇ ਜਾ ਰਹੇ ਹੈਗੇ, ਆਪਾਂ ਨੂੰ ਕਿਸ ਤਰ੍ਹਾਂ ਤੁਰਨਾ ਚਾਹੀਦਾ ਹੈ? ਚਾਹੇ ਆਪਾਂ ਨੂੰ ਹਮੇਸ਼ਾ ਆਰਾਮ ਨਾਲ ਤੁਰਨਾ ਚਾਹੀਦਾ ਹੈ, ਠੀਕ ਹੈ। ਇੱਕ ਫੁੱਟ ਸਟੈਪਸ ਨੂੰ ਜ਼ੋਰ ਜ਼ੋਰ ਦੀ ਆਵਾਜ਼ ਨਹੀਂ ਕਰਨੀ ਚਾਹੀਦੀ ਹੈ, ਚਾਹੇ ਗੈਸਟ ਹੋਵੇ ਚਾਹੇ ਨਾ ਹੋਵੇ, ਠੀਕ ਹੈ। ਕਦੇ ਵੀ ਗੈਸਟ ਏਰੀਆ ਦੇ ਵਿੱਚ ਜਿੱਥੇ ਆਪਾਂ ਨੂੰ ਪਤਾ ਹੈ ਕਿ ਗੈਸਟ ਹੈਗੇ ਨੇਗੇ, ਚਾਹੇ ਹੋਣ ਚਾਹੇ ਨਾ ਹੋਣ, ਉੱਥੇ ਦੌੜਨਾ ਨਹੀਂ ਚਾਹੀਦਾ ਹੈਗਾ, ਆਰਾਮ ਨਾਲ ਤੁਰਨਾ ਚਾਹੀਦਾ ਹੈ। ਕੋਰੀਡੋਰਸ ਦੇ ਵਿੱਚ ਜੇ ਗੈਸਟ ਨਹੀਂ ਵੀ ਹੈ ਤਾਂ ਵੀ ਆਪਾਂ ਨੂੰ ਆਰਾਮ ਨਾਲ ਤੁਰਨਾ ਚਾਹੀਦਾ ਹੈ। ਜੇ ਗੈਸਟ ਹੈ ਤਾਂ ਆਪਾਂ ਨੂੰ ਹਮੇਸ਼ਾ ਉਹਨਾਂ ਨੂੰ ਸਾਈਡ ਦੇਣੀ ਚਾਹੀਦੀ ਹੈ ਅਤੇ ਹਮੇਸ਼ਾ ਕਹਿਣਾ ਚਾਹੀਦਾ ਹੈ, ਉਹਨਾਂ ਨੂੰ ਹਮੇਸ਼ਾ ਪਹਿਲ ਦੇਣੀ ਚਾਹੀਦੀ ਹੈ ਤੁਰਨ ਵਿੱਚ। ਆਪ ਹਮੇਸ਼ਾ ਉਹਨਾਂ ਦੇ ਪਿੱਛੇ ਹੋਣਾ ਚਾਹੀਦਾ ਹੈ। ਅਤੇ ਜੇ ਗੈਸਟ ਹੋਣ, ਨੇੜੇ ਹੋਣ ਤੁਹਾਡੇ, ਤਾਂ ਉਹਨਾਂ ਲਈ ਹਮੇਸ਼ਾ ਡੋਰ ਓਪਨ ਕਰੋ। ਇਹ ਨਾ ਹੋਵੇ ਕਿ ਗੈਸਟ ਤੁਹਾਡੇ ਨਾਲ ਖੜ੍ਹਾ ਹੈ ਅਤੇ ਗੈਸਟ ਨੂੰ ਡੋਰ ਓਪਨ ਕਰਨਾ ਪੈ ਰਿਹਾ ਹੈ। ਹਮੇਸ਼ਾ ਉਹਨਾਂ ਲਈ, ਗੈਸਟ ਲਈ ਡੋਰ ਓਪਨ ਆਪਾਂ ਨੂੰ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਕਹਿਣਾ ਚਾਹੀਦਾ ਹੈ ਕਿ ਤੁਸੀਂ ਪਹਿਲਾਂ ਜਾਓ ਸਰ। ਕਿਸ ਸਾਈਡ 'ਤੇ ਤੁਰਨਾ ਚਾਹੀਦਾ ਹੈ? ਵਾਕ ਔਨ ਦਾ ਲੈਫਟ ਹੈਂਡ ਸਾਈਡ, ਹਮੇਸ਼ਾ ਆਪਾਂ ਨੂੰ ਖੱਬੇ ਹੱਥ ਤੁਰਨਾ ਚਾਹੀਦਾ ਹੈ। ਜੇ ਆਪਾਂ ਕਿਸੇ ਗੈਸਟ ਨੂੰ ਅਕੰਪਨੀ ਕਰ ਰਹੇ ਹਾਂ ਤਾਂ ਆਪਾਂ ਨੂੰ ਉਸ ਗੈਸਟ ਦੇ ਸੱਜੇ ਪਾਸੇ, ਜਿਸ ਸਾਈਡ ਗੈਸਟ ਖੜ੍ਹਾ ਹੈ, ਗੈਸਟ ਦੇ ਸੱਜੇ ਪਾਸੇ ਆਪਾਂ ਨੇ ਤੁਰਨਾ ਹੈ ਅਤੇ ਗੈਸਟ ਉਹਦੇ ਲਈ ਦਰਵਾਜ਼ਾ ਖੋਲ੍ਹਣਾ ਹੈ। ਜੇ ਆਪਾਂ ਉਹਨਾਂ ਨੂੰ ਰੂਮ ਤੱਕ ਵੀ ਛੱਡਣ ਜਾ ਰਹੇ ਹਾਂ, ਫੋਰ ਐਗਜ਼ਾਮਪਲ ਉਹਨਾਂ ਨੇ ਆਪਣੇ ਹੋਟਲ ਵਿੱਚ ਰੂਮ ਬੁੱਕ ਕੀਤਾ ਹੈ ਅਤੇ ਆਪਾਂ ਉਹਨਾਂ ਨੂੰ ਰੂਮ ਦੀ ਕੀ ਲੈ ਕੇ ਆਪਾਂ ਉਹਨਾਂ ਨੂੰ ਰੂਮ ਤੱਕ ਛੱਡਣ ਜਾ ਰਹੇ ਹਾਂ, ਆਪਾਂ ਨੇ ਉਹਨਾਂ ਦੇ ਰਾਈਟ ਹੈਂਡ ਸਾਈਡ ਚੱਲਣਾ ਹੈ ਅਤੇ ਉਹਨਾਂ ਲਈ ਜਾ ਕੇ ਡੋਰ ਓਪਨ ਕਰਨਾ ਹੈ।
ਤੇ ਇੱਕ ਹਮੇਸ਼ਾ ਪ੍ਰੋਪਰ ਡਿਸਟੈਂਸ ਵੀ ਮੇਨਟੇਨ ਕਰਕੇ ਰੱਖਣਾ ਹੈ। ਸਪੀਚ ਆਪਣੀ ਆਪਣੇ ਕੁਲੀਗਸ ਨਾਲ ਵੀ ਕਿੱਦਾਂ ਦਾ ਹੋਣਾ ਚਾਹੀਦਾ ਹੈ। ਆਪਾਂ ਨੂੰ ਹਮੇਸ਼ਾ ਸੌਫਟਲੀ ਅਤੇ ਪੋਲਾਈਟਲੀ ਗੱਲ ਕਰਨੀ ਚਾਹੀਦੀ ਹੈ ਇਨ ਰੈਸਟੋਰੈਂਟ ਏਰੀਆ, ਕੋਰੀਡੋਰਸ ਦੇ ਵਿੱਚ ਅਤੇ ਰਿਸੈਪਸ਼ਨ ਕਾਊਂਟਰ ਦੇ ਵਿੱਚ। ਇਹ ਤਿੰਨੋਂ ਜੋ ਏਰੀਏ ਮੈਂ ਦੱਸੇ ਨੇ, ਇਹ ਇੱਕ ਹੋਟਲ ਦਾ ਰੈਪੂਟੇਸ਼ਨ ਬਣਾਉਂਦੇ ਨੇ। ਲਾਈਕ ਜੇ ਕੋਈ ਆਪਾਂ ਨੂੰ ਜਦੋਂ ਹੀ ਸਭ ਤੋਂ ਪਹਿਲਾਂ ਗੈਸਟ ਆਉਂਦਾ ਹੈਗਾ, ਉਹ ਕਿੱਥੇ ਜਾਂਦਾ? ਰਿਸੈਪਸ਼ਨ ਕਾਊਂਟਰ 'ਤੇ ਜਾਂਦੇ ਨੇ। ਰਿਸੈਪਸ਼ਨ ਕਾਊਂਟਰ 'ਤੇ ਜੇ ਉਹਨਾਂ ਨੂੰ ਇੱਕ ਵਧੀਆ ਪ੍ਰੋਫੈਸ਼ਨਲ ਬੰਦੇ ਦਿਖੇ, ਵਧੀਆ ਡਰੈਸਅਪ ਹੋਏ, ਵਧੀਆ ਹੈਲਪਫੁਲ ਨੇਚਰ ਵਾਲੇ ਇੰਪਲੋਇਜ਼ ਦੇਖਣਗੇ ਤਾਂ ਉਹ ਵੀ ਖੁਸ਼ ਹੋ ਜਾਏਗਾ। ਜੇ ਉਹਨਾਂ ਨਾਲ ਕੋਈ ਪੋਲਾਈਟਲੀ ਗੱਲ ਕਰੇਗਾ ਅਤੇ ਉਹਨਾਂ ਨੂੰ ਸਾਰੀ ਚੀਜ਼ ਪਿਆਰ ਨਾਲ ਸਮਝਾਏਗਾ, ਸੌਫਟਲੀ ਗੱਲ ਕਰਨ ਵਾਲੇ ਇੰਪਲੋਇਜ਼ ਮਿਲਣਗੇ ਤਾਂ ਉਹ ਹਮੇਸ਼ਾ ਹੀ ਆਪਣੇ ਹੋਟਲ ਵਿੱਚ ਆਉਣਾ ਪ੍ਰੈਫਰ ਕਰਨਗੇ। ਅਤੇ ਜੇ ਆਪਾਂ ਗੱਲ ਕਰੀਏ ਆਪਣੀ ਲੈਂਗੁਏਜ ਦੀ, ਉਹ ਕਿੱਦਾਂ ਦੀ ਹੋਣੀ ਚਾਹੀਦੀ ਹੈ? ਕਦੇ ਵੀ ਸਲੈਂਗ ਨਹੀਂ ਯੂਜ਼ ਕਰਨਾ ਚਾਹੀਦਾ ਅਤੇ ਗਲਤ ਭਾਸ਼ਾ ਦਾ ਯੂਜ਼ ਨਹੀਂ ਕਰਨਾ ਚਾਹੀਦਾ। ਕੁਛ ਗਲਤ ਵਰਡਸ, ਬੈਡ ਵਰਡਸ ਦਾ ਯੂਜ਼ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਹਮੇਸ਼ਾ ਇੱਕ ਵਧੀਆ ਰੈਪੋ ਬਣਾ ਕੇ ਰੱਖੋ ਗੈਸਟ ਨਾਲ, ਉਹਨਾਂ ਨਾਲ ਪੋਲਾਈਟਲੀ ਅਤੇ ਕਲੀਅਰ ਆਵਾਜ਼ ਵਿੱਚ ਗੱਲ ਕਰੋ। ਮੈਂ ਬਾਰ-ਬਾਰ ਇਹ ਚੀਜ਼ ਰਿਪੀਟ ਕਰ ਰਹੀ ਹਾਂ, ਕਲੀਅਰਲੀ ਅਤੇ ਪੋਲਾਈਟਲੀ, ਸੌਫਟਲੀ ਗੱਲ ਕਰੋ ਉਹਨਾਂ ਨਾਲ ਹਮੇਸ਼ਾ। ਅਤੇ ਜੇ ਆਪਾਂ ਗੱਲ ਕਰੀਏ ਕੁਲੀਗ ਨਾਲ ਫੋਨ 'ਤੇ ਗੱਲ ਕਰਨ ਲੱਗੇ, ਆਪਾਂ ਜਦੋਂ ਆਪਣੇ ਕੁਲੀਗ ਨਾਲ, ਜੇ ਆਪਾਂ ਇੱਕ ਡਿਪਾਰਟਮੈਂਟ ਤੋਂ ਦੂਸਰੇ ਡਿਪਾਰਟਮੈਂਟ ਵੀ ਆਪਣੇ ਕੁਲੀਗ ਨਾਲ ਵੀ ਗੱਲ ਕਰ ਰਹੇ ਹਾਂ, ਤਾਂ ਵੀ ਆਪਾਂ ਨੂੰ ਆਪਣੇ ਟੈਲੀਫੋਨ ਐਟੀਕੇਟਸ ਫੋਲੋ ਕਰਨੇ ਚਾਹੀਦੇ ਨੇ। ਕਿਉਂਕਿ ਹੋ ਸਕਦਾ ਗੈਸਟ ਆਪਾਂ ਨੂੰ ਸੁਣ ਰਹੇ ਹੋਣ, ਕੋਈ ਗੈਸਟ ਆਪਾਂ ਨੂੰ ਦੇਖ ਰਿਹਾ ਹੋਏ, ਅਤੇ ਇਸ ਚੀਜ਼ ਨਾਲ ਕੀ ਹੁੰਦਾ ਗਾ, ਬਹੁਤ ਬੈਡ ਇੰਪੈਕਟ ਪੈਂਦਾ ਗਾ। ਕਦੇ ਵੀ ਆਪਾਂ ਨੂੰ ਫੋਨ 'ਤੇ ਸ਼ਾਊਟ ਨਹੀਂ ਕਰਨਾ ਚਾਹੀਦਾ, ਉੱਚੀ ਨਹੀਂ ਬੋਲਣਾ ਚਾਹੀਦਾ। ਚਾਹੇ ਕੋਈ ਮਿਸਟੇਕ ਵੀ ਹੋਏ, ਕੁਛ ਵੀ ਹੋਏ, ਉਹਨੂੰ ਵੀ ਪੋਲਾਈਟਲੀ ਹੈਂਡਲ ਕਰਨਾ ਹੈ। ਜਦੋਂ ਵੀ ਕੋਈ ਗੈਸਟ ਆਏ ਹੋਣ, ਫੋਰ ਐਗਜ਼ਾਮਪਲ ਰਿਸੈਪਸ਼ਨ ਕਾਊਂਟਰ 'ਤੇ ਗੈਸਟ ਖੜ੍ਹੇ ਨੇ, ਕਦੇ ਵੀ ਮਤਲਬ ਲੰਬੀਆਂ ਗੱਲਾਂ ਨਾ ਕਰੋ ਫੋਨ 'ਤੇ। ਫੋਨ ਨਾਲ ਤੇ ਛੋਟੀ ਗੱਲ ਕਰੋ ਅਤੇ ਜਲਦੀ ਗੱਲ ਖਤਮ ਕਰੋ। ਜੇ ਗੈਸਟ ਤੁਹਾਨੂੰ ਦੇਖ ਰਹੇ ਨੇ, ਕੋਈ ਗੈਸਟ ਵੇਟ ਕਰ ਰਿਹਾ ਅਤੇ ਤੁਸੀਂ ਫੋਨ 'ਤੇ ਲੰਬੀਆਂ ਗੱਲਾਂ ਕਰਨ ਲੱਗੇ ਹੋਏ ਹੋ, ਇਹ ਬਹੁਤ ਗਲਤ ਚੀਜ਼ ਹੈ। ਅਤੇ ਆਪਣੀਆਂ ਪਰਸਨਲ ਕਾਲਸ ਨੂੰ ਨਹੀਂ ਲੈਣੀਆਂ ਚਾਹੀਦੀਆਂ ਆਪਾਂ ਨੂੰ, ਜਦੋਂ ਆਪਾਂ ਆਪਣੇ ਕੰਮ ਵਾਲੀ ਥਾਂ 'ਤੇ ਹੁੰਦੇ ਹਾਂ। ਤੁਸੀਂ ਸੁਣਿਆ ਹੀ ਹੋਏਗਾ ਇੱਕ ਕਹਾਵਤ, ਜੇ ਕੰਮ 'ਤੇ ਜਾ ਰਹੇ ਹੋ ਤਾਂ ਘਰ ਨੂੰ ਪਿੱਛੇ ਛੱਡ ਕੇ ਜਾਓ, ਅਤੇ ਜੇ ਘਰ ਆ ਰਹੇ ਹੋ ਤਾਂ ਕੰਮ ਵਾਲੀ ਜਗ੍ਹਾ ਨੂੰ ਪਿੱਛੇ ਛੱਡ ਕੇ ਆਓ। ਤਾਂ ਕਰਕੇ ਇਹਦੇ ਨਾਲ ਕੀ ਹੁੰਦਾ, ਇੱਕ ਬੈਲੈਂਸ ਮੇਨਟੇਨ ਹੋਇਆ ਰਹਿੰਦਾ ਹੈਗਾ। ਆਪਾਂ ਨੂੰ ਕਦੇ ਵੀ ਆਪਣੇ ਕੰਮ ਵਾਲੀ ਥਾਂ 'ਤੇ ਘਰ ਦੀਆਂ ਫੋਨ ਕਾਲਸ ਨੂੰ ਅਟੈਂਡ ਨਹੀਂ ਕਰਨਾ ਚਾਹੀਦਾ। ਆਪਾਂ ਨੂੰ ਹਮੇਸ਼ਾ ਇੱਕ ਕਰਟੀਅਸ ਬਿਹੇਵੀਅਰ ਸ਼ੋਅ ਕਰਨਾ ਚਾਹੀਦਾ ਹੈਗਾ। ਜਿੱਦਾਂ ਕਿ ਐਗਜ਼ਾਮਪਲਸ ਕੁਛ ਇਹਦੀਆਂ ਹੈਗੀਆਂ ਨੇ ਕਿ ਓਪਨ ਦਾ ਡੋਰ ਫॉर द ਗੈਸਟ, ਹਮੇਸ਼ਾ ਆਪਣੇ ਗੈਸਟ ਲਈ ਡੋਰ ਖੋਲ੍ਹੋ। ਹੈਂਡ ਹਿਮ ਔਰ ਹਰ ਅ ਪੈਨ, ਜਦੋਂ ਵੀ ਉਹ ਕੋਈ ਫੋਰਮ ਫਿਲ ਕਰ ਰਹੇ ਨੇ ਜਾਂ ਕੁਛ ਵੀ ਕਰ ਰਹੇ ਨੇ, ਕੋਈ ਉਹਨਾਂ ਨੂੰ ਪੈਨ ਦੀ ਜ਼ਰੂਰਤ ਹੈ ਤਾਂ ਉਹਨਾਂ ਨੂੰ ਪੈਨ ਔਫਰ ਕਰੋ। ਜੋ ਵੀ ਉਹ ਆਪਣਾ ਸਮਾਨ ਲੈ ਕੇ ਆਏ ਹੋਏ ਨੇਗੇ, ਉਹ ਆਪਾਂ ਨੂੰ ਕੈਰੀ ਕਰਨਾ ਚਾਹੀਦਾ ਹੈ। ਆਪਾਂ ਨੂੰ ਗੈਸਟ ਨਾਲ ਇੱਕ ਗੈਸਟ ਅਤੇ ਇੰਪਲੋਈ ਵਾਲਾ ਹੀ ਰਿਲੇਸ਼ਨ ਮੇਨਟੇਨ ਕਰਨਾ ਚਾਹੀਦਾ। ਜ਼ਿਆਦਾ ਫੈਮੀਲੀਅਰ ਵੀ ਨਹੀਂ ਹੋਣਾ ਉਹਨਾਂ ਨਾਲ, ਜ਼ਿਆਦਾ ਫਰੈਂਡਸ਼ਿਪ ਵੀ ਨਹੀਂ ਸ਼ੋਅ ਕਰਨੀ ਕਿ ਹਾਂਜੀ ਅਸੀਂ ਤੁਹਾਡੇ ਨਾਲ ਬਹੁਤ ਜ਼ਿਆਦਾ ਫਰੈਂਡਲੀ ਵੀ ਨਹੀਂ ਹੋਣਾ ਉਹਨਾਂ ਨਾਲ। ਇੱਕ ਜੋ ਪ੍ਰੋਪਰ ਰੈਪੋ ਹੁੰਦੀ ਹੈ, ਇੱਕ ਪ੍ਰੋਪਰ ਗੈਸਟ ਅਤੇ ਇੰਪਲੋਈ ਦਾ ਰਿਸ਼ਤਾ ਹੁੰਦਾ ਹੈ, ਉਵੇਂ ਦਾ ਹੀ ਬਣਾਉਣਾ ਚਾਹੀਦਾ। ਈਵਨ ਇਫ ਕਿ ਉਹ ਤੁਹਾਡੇ ਨਾਲ ਬਹੁਤ ਫਰੈਂਡਲੀ ਹੋਣਾ ਚਾਹ ਰਹੇ ਨੇਗੇ, ਫਿਰ ਵੀ ਨਾ ਹੋ, ਫਿਰ ਵੀ ਆਪਣਾ ਇੱਕ ਪ੍ਰੋਫੈਸ਼ਨਲ ਜੋ ਐਟੀਟਿਊਡ ਹੈ ਉਹਨੂੰ ਕਾਇਮ ਰੱਖੋ। ਕਦੇ ਵੀ ਤੁਸੀਂ ਗੈਸਟ ਨਾਲ ਫਰੈਂਡਲੀ ਨਹੀਂ ਹੋਣਾ, ਜ਼ਿਆਦਾ ਫਰੈਂਡਲੀ ਨਹੀਂ ਹੋਣਾ ਹੈ ਕਿ ਤੁਸੀਂ ਉਹਨਾਂ ਨਾਲ ਫਿਰ ਮਤਲਬ ਆਫਟਰ ਵਰਕ ਤੁਸੀਂ ਪਾਰਟੀ ਕਰ ਰਹੇ ਹੋ ਜਾਂ ਕੀ ਕਰ ਰਹੇ ਹੋ। ਉਹਦੇ ਨਾਲ ਕੀ ਹੁੰਦਾ, ਇੱਕ ਪ੍ਰੋਫੈਸ਼ਨਲ ਐਟੀਟਿਊਡ ਨਹੀਂ ਰਹਿੰਦਾ ਹੈਗਾ। ਗੈਸਟ ਅਤੇ ਕੁਲੀਗਸ, ਟਰੀਟਿੰਗ ਗੈਸਟ ਕਰਟਸਲੀ ਐਂਡ ਦੈਨ ਟਰਨਿੰਗ ਟੂ ਕੁਲੀਗ ਐਂਡ ਟਾਕਿੰਗ ਇੰਪੋਲਾਈਟਲੀ ਡਿਸਟਰੋਇਜ਼ ਦਾ ਇਮੇਜ। ਇਹਦਾ ਮਤਲਬ ਇਹ ਹੈ ਕਿ ਆਪਾਂ ਗੈਸਟ ਨਾਲ ਤਾਂ ਬਹੁਤ ਵਧੀਆ ਤਰੀਕੇ ਨਾਲ ਗੱਲ ਕਰ ਰਹੇ ਹਾਂ, ਅਤੇ ਜਦੋਂ ਗੱਲ ਆਈ ਆਪਣੇ ਕੁਲੀਗ ਦੀ ਤਾਂ ਆਪਾਂ ਉਹਨਾਂ 'ਤੇ ਸ਼ਾਊਟ ਕਰ ਰਹੇ ਹਾਂ, ਉਹਨਾਂ ਨਾਲ ਵਧੀਆ ਤਰੀਕੇ ਨਾਲ ਗੱਲ ਨਹੀਂ ਕਰ ਰਹੇ। ਇਹਦੇ ਨਾਲ ਕੀ ਹੁੰਦਾ ਹੈਗਾ, ਸਾਰੀ ਇਮੇਜ ਖਰਾਬ ਹੋ ਜਾਂਦੀ ਹੈਗੀ। ਜਿਵੇਂ ਦਾ ਰਿਸਪੈਕਟ ਆਪਾਂ ਆਪਣੇ ਗੈਸਟ ਨੂੰ ਦੇ ਰਹੇ ਹਾਂ, ਆਪਾਂ ਨੂੰ ਆਪਣੇ ਕੁਲੀਗਸ ਨੂੰ ਵੀ ਰਿਸਪੈਕਟ ਦੇਣੀ ਚਾਹੀਦੀ ਹੈ। ਉਹਨਾਂ ਨਾਲ ਵੀ ਬਹੁਤ ਪਿਆਰ ਨਾਲ ਗੱਲ ਕਰਨੀ ਚਾਹੀਦੀ ਹੈ। ਜੇ ਉਹਨਾਂ ਦੀ ਕੋਈ ਗਲਤੀ ਹੈ ਤਾਂ ਉਹਨਾਂ ਨੂੰ ਬੈਠ ਕੇ ਸਮਝਾਉਣਾ ਚਾਹੀਦਾ ਹੈ ਕਿ ਇੱਦਾਂ ਗਲਤੀ ਹੋਈ ਹੈ, ਤੁਹਾਨੂੰ ਇਸ ਟਾਈਮ 'ਤੇ ਇਹ ਕੰਮ ਕਰਨਾ ਚਾਹੀਦਾ ਸੀਗਾ। ਉਹਨਾਂ ਨੂੰ ਇੱਕ ਐਗਜ਼ਾਮਪਲ ਦੇ ਕੇ ਸਮਝਾਉਣਾ ਚਾਹੀਦਾ ਹੈ, ਨਾ ਕਿ ਉਹਨਾਂ 'ਤੇ ਸ਼ਾਊਟ ਕਰਨਾ ਚਾਹੀਦਾ ਹੈ। ਆਪਾਂ ਨੂੰ ਹਮੇਸ਼ਾ ਇੱਕ ਫਾਈਨਨੈਸ ਵਾਲਾ ਬਿਹੇਵੀਅਰ ਦੋਨਾਂ ਨਾਲ ਹੀ ਮੇਨਟੇਨ ਕਰਕੇ ਰੱਖਣਾ ਪਏਗਾ। ਜਿਵੇਂ ਆਪਾਂ ਗੈਸਟ ਨਾਲ, ਜਿਵੇਂ ਆਪਾਂ
ਚਾਹੁੰਦੇ ਹਾਂ ਕਿ ਆਪਾਂ ਨੂੰ ਕੋਈ ਟਰੀਟ ਕਰੇ, ਆਪਾਂ ਨੂੰ ਹਮੇਸ਼ਾ ਸਾਹਮਣੇ ਵਾਲੇ ਬੰਦੇ ਨੂੰ ਉਵੇਂ ਹੀ ਟਰੀਟ ਕਰਨਾ ਚਾਹੀਦਾ ਹੈ। ਜਦੋਂ ਵੀ ਕੋਈ ਗੈਸਟ ਦੀ ਗੱਲ ਹੋਵੇ ਕਿ ਜਿਹੜੇ ਸਟਾਰ ਹੋਟਲਸ ਤੋਂ ਆ ਰਹੇ ਨੇ, ਫੋਰ ਐਗਜ਼ਾਮਪਲ 5 ਸਟਾਰ ਹੋਟਲ ਤੇ 5 ਸਟਾਰ ਹੋਟਲਸ ਤੋਂ ਆ ਰਹੇ ਨੇਗੇ ਆਪਣੇ ਹੋਟਲ ਵਿੱਚ ਜਾਂ ਕੁਝ ਵੀ, ਤਾਂ ਆਪਾਂ ਨੂੰ ਕੀ ਆ, ਉਹਨਾਂ ਨੂੰ ਕੀ ਆ, ਬਹੁਤ ਰਿਸਪੈਕਟ, ਵੈਸੇ ਤਾਂ ਆਪਾਂ ਨੂੰ ਸਾਰੇ ਹੀ ਗੈਸਟ ਨਾਲ ਰਿਸਪੈਕਟ ਨਾਲ ਗੱਲ ਕਰਨੀ ਹੈ, ਕਿਉਂਕਿ ਆਪਣੇ ਲਈ ਜੋ ਵੀ ਆਪਣੇ ਹੋਟਲ ਵਿੱਚ ਆ ਗਿਆ ਗੈਸਟ, ਉਹ ਜਾਂ ਰੈਸਟੋਰੈਂਟ ਵਿੱਚ ਆ ਗਿਆ, ਉਹ ਆਪਣੇ ਲਈ ਇੱਕ ਪੋਟੈਂਸ਼ੀਅਲ ਕਸਟਮਰ ਹੋਣੇ ਚਾਹੀਦੇ ਨੇ, ਸਭ ਨਾਲ ਹੀ ਰਿਸਪੈਕਟ ਸ਼ੋਅ ਕਰਨੀ ਚਾਹੀਦੀ ਹੈ। ਅਤੇ ਇਹਨਾਂ ਨੂੰ ਕੀ ਆ, ਸਾਰੇ ਤਾਂ ਕਿ ਉਹ ਆਪਣੇ ਰੈਗੂਲਰ ਕਸਟਮਰ ਬਣ ਜਾਣ। ਇਹ ਨਾ ਹੋਏ ਕਿ ਇੱਕ ਵਾਰੀ ਉਹ ਆਇਆ ਅਤੇ ਉਹਨਾਂ ਨੂੰ ਵਧੀਆ ਮਾਹੌਲ ਨਹੀਂ ਮਿਲਿਆ ਅਤੇ ਉਹ ਦੁਬਾਰਾ ਨਾ ਆਉਣ। ਹਮੇਸ਼ਾ ਉਹਨਾਂ ਨੂੰ ਬਹੁਤ ਰਿਸਪੈਕਟ ਸ਼ੋਅ ਕਰੋ ਤਾਂ ਕਿ ਉਹ ਗੈਸਟ ਦੁਬਾਰਾ ਆਪਣੇ ਹੋਟਲ ਵਿੱਚ ਆਉਣ। ਇੱਕ ਤੁਸੀਂ ਸੁਣਿਆ ਹੋਏਗਾ ਵਰਡ ਆਫ ਮਾਊਥ। ਵਰਡ ਆਫ ਮਾਊਥ ਕੀ ਹੈਗਾ ਕਿ ਫੋਰ ਐਗਜ਼ਾਮਪਲ ਆਪਾਂ ਕਿਸੇ ਵਧੀਆ ਹੋਟਲ ਵਿੱਚ ਖਾਣਾ ਖਾਣ ਗਏ, ਰੈਸਟੋਰੈਂਟ ਵਿੱਚ ਖਾਣਾ ਖਾਣ ਗਏ, ਆਪਾਂ ਨੂੰ ਬਹੁਤ ਵਧੀਆ ਉੱਥੇ ਲੱਗਿਆ, ਖਾਣਾ ਵੀ ਬੜਾ ਅੱਛਾ ਸੀ, ਸਟਾਫ ਦਾ ਬਿਹੇਵੀਅਰ ਵੀ ਬਹੁਤ ਅੱਛਾ ਸੀਗਾ ਅਤੇ ਆਪਾਂ ਨੂੰ ਵੈਲਕਮ ਵੀ ਬਹੁਤ ਅੱਛਾ ਕੀਤਾ ਉਹਨਾਂ ਨੇ। ਆਪਾਂ ਕੀ ਹੈਗਾ, ਆਪਾਂ ਆਪਣੇ ਫਰੈਂਡਸ ਨੂੰ ਹਮੇਸ਼ਾ ਦੱਸਦੇ ਹੈਗੇ, ਜੇ ਕੋਈ ਆਪਾਂ ਨੂੰ ਪੁੱਛਦਾ ਹੈਗਾ ਕਿ ਤੁਸੀਂ ਆਪਾਂ ਨੂੰ ਕਿੱਥੇ ਜਾਣਾ ਚਾਹੀਦਾ, ਆਪਾਂ ਹਮੇਸ਼ਾ ਉਹਨਾਂ ਨੂੰ ਦੱਸਦੇ ਨਹੀਂ ਉਹ ਜਗ੍ਹਾ 'ਤੇ ਜਾਓ। ਇਹ ਕੀ ਹੁੰਦਾ, ਵਰਡ ਆਫ ਮਾਊਥ, ਕਿ ਆਪਾਂ ਇੱਕ ਜਗ੍ਹਾ ਲੋਕਾਂ ਦੇ ਬਿਨਾਂ ਕਿਸੇ ਐਡਵਰਟੀਜ਼ਮੈਂਟ ਦੇ ਆਪਾਂ ਲੋਕਾਂ ਦੇ ਥਰੂ ਇੱਕ ਆਪਣੀ ਕੰਪਨੀ ਦੀ ਇਮੇਜ ਬਣ ਰਹੀ ਹੈਗੀ। ਇਹ ਆਪਾਂ ਨੂੰ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਇਸ ਗੱਲ ਦਾ, ਕਿਉਂਕਿ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਵਰਡ ਆਫ ਮਾਊਥ ਹੀ ਇੱਕ ਬੈਸਟ ਐਡਵਰਟੀਜ਼ਮੈਂਟ ਦਾ ਤਰੀਕਾ ਹੈ, ਜੋ ਕਿ ਸਾਰੇ ਲੋਕ ਫੋਲੋ ਕਰਦੇ ਨੇ। ਅਤੇ ਕਿਉਂਕਿ ਆਪਾਂ ਆਪਣੇ ਫਰੈਂਡਸ 'ਤੇ ਹਮੇਸ਼ਾ ਟਰਸਟ ਕਰਦੇ, ਆਪਾਂ ਨੂੰ ਲੱਗਦਾ ਕਿ ਉਹ ਆਪਾਂ ਨੂੰ ਹਮੇਸ਼ਾ ਸਹੀ ਦੱਸਣਗੇ। ਅਤੇ ਜੇ ਇੱਕ ਗੈਸਟ ਆਪਣੇ ਹੋਟਲ ਵਿੱਚੋਂ ਖੁਸ਼ ਹੋ ਕੇ ਗਿਆ ਨਾ, ਉਹ 10 ਗੈਸਟ ਨੂੰ ਹੋਰ ਲੈ ਕੇ ਆਏਗਾ। ਜਨਰਲ ਹੈਬਿਟਸ ਕਿਹੜੀਆਂ ਨੇ ਜਿਨ੍ਹਾਂ ਦਾ ਆਪਾਂ ਧਿਆਨ ਰੱਖਣਾ ਹੈ। ਆਪਾਂ ਨੂੰ ਹਮੇਸ਼ਾ ਆਪਣੇ ਨੌ ਨਹੀਂ ਖਾਣੇ ਚਾਹੀਦੇ ਕਦੇ ਵੀ ਵਰਕ ਪਲੇਸ 'ਤੇ। ਕਈਆਂ ਨੂੰ ਆਦਤ ਹੁੰਦੀ ਹੈ ਕਿ ਹੇਅਰ, ਨੋਜ਼ ਅਤੇ ਈਅਰ ਇਹ ਨਹੀਂ ਕਰਨੇ ਚਾਹੀਦੇ, ਆਪਾਂ ਨੂੰ ਵਾਲ ਨਹੀਂ ਪੱਟਣੇ ਚਾਹੀਦੇ, ਉਬਾਸੀਆਂ ਨਹੀਂ ਲੈਣੀਆਂ ਚਾਹੀਦੀਆਂ। ਅਤੇ ਜੇ ਆਪਾਂ ਨੂੰ ਬਾਈ ਚਾਂਸ ਸਨੀਜ਼ ਆਈ ਆ, ਛਿੱਕ ਆਈ ਆ ਮਤਲਬ, ਜਾਂ ਖੰਘਣਾ ਹੈ ਆਪਾਂ ਨੇ, ਤਾਂ ਹਮੇਸ਼ਾ ਆਪਣੇ ਮਾਊਥ ਨੂੰ ਕਵਰ ਕਰਨਾ ਹੈ। ਅਤੇ ਹਮੇਸ਼ਾ ਅਵੋਇਡ ਕਰੋ ਕਿ ਗੈਸਟ ਦੇ ਸਾਹਮਣੇ ਇਹ ਚੀਜ਼ ਅਵੋਇਡ ਕੀਤੀ ਜਾ ਸਕੇ। ਬਟ ਜੇ ਆਪਾਂ ਨੂੰ ਬਾਈ ਚਾਂਸ ਸਨੀਜ਼ ਆਈ ਵੀ ਹੈ, ਲਾਈਕ ਛਿੱਕ ਆਈ ਵੀ ਹੈ, ਤਾਂ ਹਮੇਸ਼ਾ ਆਪਣਾ ਮਾਊਥ ਕਵਰ ਕਰਨਾ ਚਾਹੀਦਾ ਹੈ ਆਪਾਂ ਨੂੰ। ਆਪਾਂ ਜੇ ਕੋਈ ਇਕਵਿਪਮੈਂਟ ਹੈਂਡਲ ਕਰ ਰਹੇ ਹਾਂ, ਲਾਈਕ ਆਪਾਂ ਇੱਕ ਇਕਵਿਪਮੈਂਟ ਨੂੰ ਦੂਜੀ ਜਗ੍ਹਾ 'ਤੇ ਲੈ ਕੇ ਜਾ ਰਹੇ ਹਾਂ, ਆਪਾਂ ਨੂੰ ਕੀ ਹੈ, ਹਮੇਸ਼ਾ ਉਹਨਾਂ ਨੂੰ ਧਿਆਨ ਨਾਲ ਲੈ ਕੇ ਜਾਣਾ ਚਾਹੀਦਾ ਹੈ। ਆਪਾਂ ਨੂੰ ਕਦੇ ਵੀ ਕੋਈ ਇਕਵਿਪਮੈਂਟ ਚੱਕ ਕੇ ਆਪਾਂ ਨੂੰ ਨਰਵਸ ਹੋ ਕੇ ਜਾਂ ਕਾਹਲੀ ਵਿੱਚ ਨਹੀਂ ਚੱਲਣਾ ਚਾਹੀਦਾ। ਅਤੇ ਕੀ ਆ, ਇੱਕ ਆਪਾਂ ਨੂੰ ਲਾਊਡਲੀ ਅਤੇ ਲੈਂਥੀ ਡਿਸਕਸ਼ਨਸ ਗੈਸਟ ਏਰੀਏ 'ਚ ਨਹੀਂ ਕਰਨੀਆਂ ਚਾਹੀਦੀਆਂ, ਕਿ ਆਪਾਂ ਇੱਕ ਜਗ੍ਹਾ 'ਤੇ ਖੜ੍ਹੇ ਹੈਗੇ ਅਤੇ ਆਪਾਂ ਬਹੁਤ ਲੰਬੀਆਂ ਗੱਲਾਂ ਕਰ ਰਹੇ ਹਾਂ। ਗੈਸਟ ਏਰੀਆ ਫੋਰ ਐਗਜ਼ਾਮਪਲ ਰੂਮ ਸਾਈਡ 'ਤੇ ਨੇ, ਕੋਰੀਡੋਰ ਏਰੀਆ ਦੇ ਵਿੱਚ ਆਪਾਂ ਖੜ੍ਹੇ ਹਾਂ ਅਤੇ ਆਪਾਂ ਗੱਲਾਂ ਕਰ ਰਹੇ ਹਾਂ, ਉਹ ਨਹੀਂ ਕਰਨੀਆਂ ਚਾਹੀਦੀਆਂ ਆਪਾਂ ਨੂੰ। ਜੇ ਆਪਾਂ ਆਪਣੀ ਡਿਊਟੀ 'ਤੇ ਹਾਂ ਤਾਂ ਆਪਾਂ ਨੂੰ ਗੈਸਟ ਏਰੀਆ ਦੇ ਵਿੱਚ ਬਿਨਾਂ ਕੰਮ ਤੋਂ ਨਹੀਂ ਖੜ੍ਹਨਾ ਚਾਹੀਦਾ। ਜਦੋਂ ਆਪਾਂ ਯੂਨੀਫਾਰਮ ਦੇ ਵਿੱਚ ਹਾਂ ਤਾਂ ਹੀ ਆਪਾਂ ਗੈਸਟ ਏਰੀਆ ਦੇ ਵਿੱਚ ਆਓ। ਬਿਨਾਂ ਯੂਨੀਫਾਰਮ ਦੇ ਆਪਾਂ ਨੂੰ ਗੈਸਟ ਏਰੀਆ ਦੇ ਵਿੱਚ ਨਹੀਂ ਆਉਣਾ ਚਾਹੀਦਾ। ਲਾਈਕ ਗੈਸਟ ਏਰੀਆਜ਼ ਆਪਾਂ ਮੇਨ ਗੈਸਟ ਏਰੀਆਜ਼ ਆਪਾਂ ਕਿਹੜੀ ਗੱਲ ਕੀਤੀ ਸੀ, ਰੈਸਟੋਰੈਂਟ, ਰਿਸੈਪਸ਼ਨ ਏਰੀਆ, ਕੋਰੀਡੋਰਸ। ਜਦੋਂ ਆਪਾਂ ਗੈਸਟ ਦੇ ਨਾਲ ਹਾਂ, ਕਦੇ ਵੀ ਉਹਦੇ ਨਾਲ ਜ਼ਿਆਦਾ ਗੱਲ ਕਰਨ ਦੀ ਕੋਸ਼ਿਸ਼ ਨਾ ਕਰੋ, ਇਨਵੋਲਵ ਹੋਣ ਦੀ ਗੱਲ ਨਾ ਕਰੋ, ਅਤੇ ਨਾ ਹੀ ਆਪਣੇ ਨਾਲ ਦੇ ਕੁਲੀਗ ਨਾਲ, ਲਾਈਕ ਆਪਾਂ ਨੂੰ ਹੌਲੀ ਗੱਲ ਕਰਨ ਦੀ ਆਦਤ ਹੁੰਦੀ ਹੈ, ਉੱਦਾਂ ਵੀ ਨਹੀਂ ਗੱਲ ਕਰਨੀ ਚਾਹੀਦੀ। ਕਿਸੇ ਗੈਸਟ ਬਾਰੇ ਵੀ ਗੱਲ ਨਾ ਕਰੋ ਜਾਂ ਕਿਸੇ ਸਟਾਫ ਦੇ ਹੋਰ ਮੈਂਬਰ ਨਾਲ ਵੀ ਉਸ ਟਾਈਮ 'ਤੇ ਗੱਲ ਨਾ ਕਰੋ। ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਹੁਣ ਇਹ ਤਾਂ ਹੋ ਗਈ ਗੱਲ ਮੈਨਰਸ ਐਂਡ ਐਟੀਕੇਟਸ ਦੀ। ਜੇ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਕੀ ਹੈ, ਟੈਲੀਫੋਨ ਐਟੀਕੇਟਸ। ਜੇ ਇੱਕ ਟੈਲੀਫੋਨ ਦੀ ਗੱਲ ਕਰੀਏ ਆਪਾਂ, ਜਦੋਂ ਆਪਾਂ ਕਿਸੇ ਨਾਲ ਫ਼ੋਨ 'ਤੇ ਗੱਲ ਕਰਦੇ ਹਾਂ, ਆਪਾਂ ਸਿਰਫ ਆਪਣੇ ਆਪ ਨੂੰ ਹੀ ਨਹੀਂ, ਆਪਣੇ ਕੰਪਨੀ ਦੀ ਸ਼ਾਖਾ ਨੂੰ ਰਿਪਰਜੈਂਟ ਕਰ ਰਹੇ ਹੁੰਦੇ ਹੈਗੇ। ਠੀਕ ਆ, ਆਪਣੀ ਕੰਪਨੀ ਦੀ ਰੈਪੂਟੇਸ਼ਨ ਜੋ ਹੁੰਦੀ ਆ ਉਹ ਆਪਾਂ ਫ਼ੋਨ 'ਤੇ ਸ਼ੋਅ ਕਰ ਰਹੇ ਹੁੰਦੇ ਹਾਂ। ਕਿ ਤਾਂ ਕਰਕੇ ਆਪਾਂ ਨੂੰ ਕੀ ਹੈਗਾ, ਫ਼ੋਨ 'ਤੇ ਗੱਲ ਕਰਨ ਲੱਗੇ ਹਮੇਸ਼ਾ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜਦੋਂ ਵੀ ਆਪਾਂ ਨੂੰ ਆਪਣੇ ਕੋਈ ਫ਼ੋਨ ਆਉਂਦਾ ਹੈ ਅਤੇ ਆਪਾਂ ਗੱਲ ਕਰਦੇ ਹਾਂ, ਉਹਦੇ ਨਾਲ ਕੀ ਹੁੰਦਾ ਹੈ, ਜਾਂ ਤਾਂ ਸਾਹਮਣੇ ਵਾਲੇ 'ਤੇ ਇੱਕ ਵਧੀਆ ਇੰਪਰੈਸ਼ਨ ਪਏਗਾ ਜਾਂ ਫਿਰ ਮਾੜਾ ਇੰਪੈਕਟ ਪਏਗਾ। ਤਾਂ ਕਰਕੇ ਆਪਾਂ ਨੂੰ ਕੀ ਆ, ਆਪਾਂ ਨੂੰ ਹਮੇਸ਼ਾ ਆਪਣੀ ਵੋਇਸ ਦੇ ਵਿੱਚ ਮੈਨਰਿਜ਼ਮ ਸ਼ੋਅ ਕਰਨਾ ਚਾਹੀਦਾ ਹੈ, ਤਾਂ ਕਿ ਇਹ ਸ਼ੋਅ ਹੋਏ ਕਿ ਹਾਂਜੀ ਇੱਥੇ ਇਸ ਪਰਟੀਕੂਲਰ ਕੰਪਨੀ ਦੇ ਵਿੱਚ ਜਾਂ ਇਸ ਪਰਟੀਕੂਲਰ ਹੋਟਲ ਦੇ ਵਿੱਚ ਕੀ ਆ, ਬੈਸਟ ਸਟਾਫ ਕੰਮ ਕਰ ਰਿਹਾ ਹੈਗਾ, ਜੋ ਕਿ ਬਹੁਤ ਪੋਲਾਈਟ ਹੈ ਅਤੇ ਬਹੁਤ ਮੈਨਰਸ ਵਾਲੇ ਨੇਗੇ।
ਜੋ ਕਿ ਆਪਾਂ ਪਹਿਲਾ ਇੰਪਰੈਸ਼ਨ ਫ਼ੋਨ 'ਤੇ ਬਣਾ ਲਵਾਂਗੇ ਉਹੀ ਹਮੇਸ਼ਾ ਲੌਂਗ ਲਾਸਟਿੰਗ ਰਹੇਗਾ, ਮਤਲਬ ਹਮੇਸ਼ਾ ਉਹੀ ਚੱਲੇਗਾ। ਜਿਵੇਂ ਤੁਸੀਂ ਸੁਣਿਆ ਹੋਏਗਾ, ਫਰਸਟ ਇੰਪਰੈਸ਼ਨ ਇਜ਼ ਦਾ ਲਾਸਟ ਇੰਪਰੈਸ਼ਨ ਨਾ, ਇਹ ਚੀਜ਼ਾਂ ਕੀ ਆ ਫ਼ੋਨ 'ਤੇ ਵੀ ਹੀ ਚੱਲਦੀਆਂ ਨੇਗੀਆਂ। ਅਤੇ ਜੇ ਫ਼ੋਨ 'ਤੇ ਆਪਾਂ ਵਧੀਆ ਤਰੀਕੇ ਨਾਲ ਆਪਣੇ ਗੈਸਟ ਨਾਲ ਗੱਲ ਕਰਾਂਗੇ ਤਾਂ ਉਹ ਖੁਸ਼ ਹੋ ਜਾਣਗੇ। ਬੇਸਿਕ ਟੈਲੀਫੋਨ ਐਟੀਕੇਟਸ ਕੀ ਨੇਗੇ? ਜਦੋਂ ਆਪਾਂ ਫ਼ੋਨ 'ਤੇ ਗੱਲ ਕਰਨੀ ਹੈ ਤਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ? ਫ਼ੋਨ 3 ਰਿੰਗ ਤੋਂ ਵੱਧ ਨਾ ਵੱਜਣ ਦਿਓ, ਉਸ ਤੋਂ ਪਹਿਲਾਂ ਹੀ ਫ਼ੋਨ ਚੁੱਕੋ। ਆਪਾਂ ਨੂੰ ਸਮਾਈਲ ਕਰਨਾ ਹੈ, ਚਾਹੇ ਆਪਾਂ ਫ਼ੋਨ 'ਤੇ ਹੀ ਗੱਲ ਕਰ ਰਹੇ ਹਾਂ, ਉਹ ਸਮਾਈਲ ਕੀ ਆ ਸਾਹਮਣੇ ਵਾਲੇ ਗੈਸਟ 'ਤੇ ਇੱਕ ਵਧੀਆ ਪ੍ਰਭਾਵ ਪਾਏਗੀ। ਚਾਹੇ ਉਹਨੂੰ ਨਹੀਂ ਵੀ ਦਿਖ ਰਿਹਾ ਬਟ ਫਿਰ ਵੀ ਉਹਨੂੰ ਆਪਣੀ ਆਵਾਜ਼ ਵਿੱਚ ਉਹ ਸਮਾਈਲ ਮਹਿਸੂਸ ਹੋਏਗੀ। ਖੜ੍ਹੇ ਹੋ ਕੇ ਗੱਲ ਕਰਨੀ ਚਾਹੀਦੀ ਹੈ ਆਪਾਂ ਨੂੰ ਸਟੈਂਡ ਤਰੀਕੇ ਨਾਲ। ਆਪਾਂ ਨੂੰ ਹਮੇਸ਼ਾ ਲੋ ਵੋਇਸ ਯੂਜ਼ ਕਰਨੀ ਚਾਹੀਦੀ ਹੈ, ਉੱਚੀ ਨਹੀਂ ਬੋਲਣਾ ਚਾਹੀਦਾ। ਜਿਵੇਂ ਦੀ ਕਾਲਰ ਦੀ ਆਵਾਜ਼ ਆ ਰਹੀ ਆ ਉਸ ਰੇਟ ਉਵੇਂ ਦੀ ਹੀ ਆਪਾਂ ਨੂੰ ਗੱਲ ਕਰਨੀ ਚਾਹੀਦੀ ਹੈ। ਐਕਸਟ੍ਰੀਮ ਵੋਲਿਊਮਸ ਹੋਣ ਜਿੱਥੇ ਲਾਈਕ ਜਿਸ ਏਰੀਏ 'ਚ ਆਪਾਂ ਫ਼ੋਨ ਕਰ ਰਹੇ ਹਾਂ ਜਾਂ ਗੱਲ ਕਰ ਰਹੇ ਹਾਂ ਉੱਥੇ ਜ਼ਿਆਦਾ ਨੋਇਸ ਨਾ ਹੋਵੇ, ਇਸ ਚੀਜ਼ ਦਾ ਹਮੇਸ਼ਾ ਧਿਆਨ ਰੱਖੋ। ਇਸ ਫੋਟੋ ਦੇ ਵਿੱਚ ਤੁਸੀਂ ਦੇਖੋ ਕਿ 5 ਫੇਜ਼ਿਸ ਆਫ ਅ ਕਾਲ, ਠੀਕ ਆ। ਇੱਥੇ ਆਪਾਂ ਨੂੰ ਦਿਖ ਰਿਹਾ ਹੋਏਗਾ ਕਿ ਤੁਹਾਨੂੰ ਫੇਜ਼ 1, ਫੇਜ਼ 2, ਫੇਜ਼ 3, ਫੇਜ਼ 4 ਅਤੇ ਫੇਜ਼ 5। ਫੇਜ਼ 1 'ਚ ਕੀ ਲਿਖਿਆ ਹੋਇਆ? ਓਪਨਿੰਗ ਦਾ ਕਾਲ। ਓਪਨਿੰਗ ਦਾ ਕਾਲ ਮਤਲਬ ਆਪਾਂ ਗ੍ਰੀਟਿੰਗਸ ਅਤੇ ਇੰਟਰੋਡਕਸ਼ਨ ਦੇ ਰਹੇ ਹਾਂ। ਆਪਾਂ ਕਿਸੇ ਨੂੰ ਜਿੱਦਾਂ ਕਹਿ ਰਹੇ ਹਾਂ, ਗੁੱਡ ਮਾਰਨਿੰਗ ਸਰ, ਮਾਈ ਨੇਮ ਇਜ਼ ਦਿਸ ਐਂਡ ਆਈ ਐਮ ਕਾਲਿੰਗ ਫਰੋਮ ABC ਕੰਪਨੀ ਸੋ ਐਂਡ ਸੋ। ਆਪਾਂ ਕੀ ਆ ਆਪਣੀ ਇੰਟਰੋਡਕਸ਼ਨ ਦੇਤੀ। ਫੇਜ਼ 2 ਦੇ ਵਿੱਚ ਕੀ ਆਉਂਦਾ? ਬਿਲਡਿੰਗ ਰੈਪੋ ਐਂਡ ਆਈਡੈਂਟੀਫਾਈਂਗ ਕਸਟਮਰ ਨੀਡ। ਆਪਾਂ ਕਸਟਮਰ ਨਾਲ ਹੌਲੀ ਹੌਲੀ ਗੱਲ ਕਰਦੇ ਹਾਂ ਅਤੇ ਪਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੀ ਨੀਡ ਕੀ ਹੈ, ਉਹਨਾਂ ਦੀ ਜ਼ਰੂਰਤ ਕੀ ਹੈ, ਉਹਨਾਂ ਨੇ ਫ਼ੋਨ ਕਿਉਂ ਕੀਤਾ ਹੈ, ਠੀਕ ਹੈ। ਔਰ ਫੇਜ਼ 3 ਦੇ ਵਿੱਚ ਆਪਾਂ ਕੀ ਆ ਇਨਫੋਰਮੇਸ਼ਨ ਕਲੈਕਟ ਕਰਦੇ ਹਾਂ, ਕਲੈਕਟਿੰਗ ਐਂਡ ਵੈਰੀਫਾਈਂਗ ਆਫ ਇਨਫੋਰਮੇਸ਼ਨ। ਆਪਾਂ ਮਤਲਬ ਉਹਨਾਂ ਤੋਂ ਇਨਫੋਰਮੇਸ਼ਨ ਉਹਨਾਂ ਨੂੰ ਦਿੱਤੀ ਜਾਂ ਲਈ, ਉਸ ਚੀਜ਼ ਨੂੰ ਆਪਾਂ ਵੈਰੀਫਾਈ ਵੀ ਕਰਦੇ ਆਂਗੇ, ਠੀਕ ਆ। ਅਤੇ ਉਸ ਤੋਂ ਬਾਅਦ ਫੇਜ਼ 4 ਦੇ ਵਿੱਚ ਕੀ ਆ? ਆਪਾਂ ਕਸਟਮਰ ਨੂੰ ਸੋਲਿਊਸ਼ਨਸ ਪ੍ਰੋਵਾਈਡ ਕਰਦੇ ਹਾਂ ਔਰ ਇਨਫੋਰਮੇਸ਼ਨ ਦਿੰਦੇ ਹਾਂ ਅਤੇ ਨਾਲ ਦੀ ਨਾਲ ਕੀ ਆ ਆਲਟਰਨੇਟਿਵਸ ਮੈਥਡ ਵੀ, ਆਲਟਰਨੇਟਿਵ ਆਈਡੀਆਜ਼ ਵੀ ਦਿੰਦੇ ਹਾਂ ਕਿ ਲਾਈਕ ਜੇ ਇਹ ਚੀਜ਼ ਨਹੀਂ ਹੋ ਸਕਦੀ ਤਾਂ ਇਹ ਹੋ ਸਕਦੀ ਆ। ਮਤਲਬ ਗੈਸਟ ਨੂੰ ਪੂਰਾ ਸੈਟਿਸਫਾਈ ਕਰਨਾ ਹੈ ਆਪਾਂ ਨੇ, ਉਹਨੂੰ ਪੂਰੇ ਆਈਡੀਆਜ਼ ਦੇ ਕੇ ਜਾਂ ਪੂਰੀ ਉਹਨਾਂ ਦੀ ਪ੍ਰੋਬਲਮ ਜੋ ਵੀ ਹੈ, ਉਹਨਾਂ ਦੀ ਜਿਸ ਪਰਪਸ ਲਈ ਉਹਨਾਂ ਨੇ ਕਾਲ ਕੀਤੀ ਹੈ ਉਸ ਚੀਜ਼ ਦੇ ਪ੍ਰਤੀ ਪੂਰੀ ਇਨਫੋਰਮੇਸ਼ਨ ਦੇਣੀ ਹੈ ਉਹਨਾਂ ਨੂੰ। ਫੇਜ਼ 5 ਗੈਟ ਕਸਟਮਰ ਬਾਏ ਇਨ ਐਸਟੈਬਲਿਸ਼ ਨੈਕਸਟ ਸਟੈਪ ਕਲੋਜ਼ ਦਾ ਕਾਲ, ਠੀਕ ਹੈ। ਆਪਾਂ ਨੂੰ ਉਸ ਨੈਕਸਟ ਸਟੈਪ ਦੇ ਵਿੱਚ ਕਸਟਮਰ ਨੂੰ ਕਾਲ ਕਲੋਜ਼ ਕਰਨ ਤੋਂ ਪਹਿਲਾਂ ਆਪਾਂ ਕੀ ਪਤਾ ਕਰਨਾ ਹੈ ਕਿ ਉਹ ਸੈਟਿਸਫਾਈ ਹੋ ਗਿਆ ਹੈ, ਉਹਨਾਂ ਨੇ ਜੋ ਕੁਐਸਚਨ ਜੋ ਪੁੱਛਣਾ ਚਾਹ ਰਹੇ ਸੀ ਉਹਨਾਂ ਨੂੰ ਉਹ ਸਾਰੀ ਇਨਫੋਰਮੇਸ਼ਨ ਮਿਲ ਗਈ ਹੈ ਜਾਂ ਨਹੀਂ ਮਿਲੀ ਹੈ। ਇਹ ਹਮੇਸ਼ਾ ਆਪਾਂ ਨੂੰ ਅਤੇ ਸਮਰਾਈਜ਼ ਕਰਨਾ ਚਾਹੀਦਾ ਹੈ। ਜੇ ਦੁਬਾਰਾ ਵੀ ਜੇ ਕੋਈ ਕੁਐਸਚਨ ਸੀਗਾ ਅਤੇ ਤੁਹਾਨੂੰ ਲੱਗਿਆ ਕਿ ਕੋਈ ਚੀਜ਼ ਮਤਲਬ ਆਪਣੇ ਜੋ ਤੁਸੀਂ ਆਈਡੀਆਜ਼ ਦਿੱਤੇ ਨੇ ਉਹਨਾਂ ਨੂੰ ਇੱਕ ਸਮਰਾਈਜ਼ ਵੀ ਕਰੋ ਅਤੇ ਕਾਲ ਨੂੰ ਐਂਡ ਕਰੋ। ਜ਼ਿਆਦਾ ਲੰਬੀ ਕਾਲ ਵੀ ਨਹੀਂ ਖਿੱਚਣੀ ਹੈਗੀ ਬਟ ਫਿਰ ਵੀ ਲਾਈਕ ਜੋ ਉਹਦੇ ਕੁਐਸਚਨਸ ਨੇ ਕਿ ਉਹਨਾਂ ਨੂੰ ਸਾਰਿਆਂ ਨੂੰ ਆਨਸਰ ਕਰਨਾ ਹੈ। ਫ਼ੋਨ 'ਤੇ ਗੱਲ ਕਰਨ ਲੱਗੇ ਇਹ ਵਰਡਸ ਹਮੇਸ਼ਾ ਆਪਾਂ ਨੂੰ ਅਵੋਇਡ ਕਰਨੇ ਚਾਹੀਦੇ ਨੇਗੇ, ਲਾਈਕ ਹੂ, ਯੇ, ਆਈ ਡੋਂਟ ਨੋ ਵੇਅਰ ਇਜ਼। ਆਪਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਮੈਨੂੰ ਨਹੀਂ ਪਤਾ ਉਹ ਕਿੱਥੇ ਹੈ, ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਉਹ ਕਿੱਥੇ ਹੈ। ਕਦੇ ਵੀ ਇਹ ਨਹੀਂ ਕਹਿਣਾ ਕਿ ਉਹ ਖਾਣਾ ਖਾਣ ਗਏ ਨੇ ਜੀ ਅਤੇ ਉਹ ਤੁਹਾਨੂੰ ਬੈਕ ਕਾਲ ਕਰਨਗੇ, ਕਾਲ ਬੈਕ ਲੇਟਰ, ਕਿ ਬਾਅਦ 'ਚ ਕਾਲ ਕਰੋ। ਤੁਸੀਂ ਇਹ ਕਹਿ ਸਕਦੇ ਹੋ ਕਿ ਸ਼ੀ ਇਜ਼ ਬਿਜ਼ੀ ਐਟ ਦ ਮੋਮੈਂਟ, ਸ਼ੀ ਵਿਲ ਗਿਵ ਯੂ ਕਾਲ ਬੈਕ, ਉਹਨਾਂ ਦਾ ਨੰਬਰ ਲੈ ਲਓ। ਉਹ ਇੱਥੇ ਨਹੀਂ ਹੈ, ਇਹ ਗੱਲ ਤਾਂ ਕਦੇ ਵੀ ਨਹੀਂ ਕਹਿਣੀ ਹੈਗੀ। ਆਈ ਡੋਂਟ ਨੋ ਵੇਅਰ ਹੀ ਇਜ਼ ਐਂਡ ਵੈਨ ਹੀ ਵਿਲ ਬੀ ਬੈਕ। ਕਦੇ ਵੀ ਨਹੀਂ ਕਹਿਣਾ ਗੈਸਟ ਨੂੰ ਕਿ ਜੀ ਮੈਨੂੰ ਨਹੀਂ ਪਤਾ ਕਿ ਜਿਸ ਪਰਸਨ ਲਈ ਤੁਸੀਂ ਕਾਲ, ਜੇ ਤੁਸੀਂ ਕਿਸੇ ਹੋਰ ਦੀ ਸੀਟ 'ਤੇ ਬੈਠ ਕੇ ਕਾਲ ਅਟੈਂਡ ਕਰ ਰਹੇ ਹੋ ਤੁਸੀਂ ਇਹ ਨਹੀਂ ਕਹਿਣਾ, ਜੇ ਕਿਸੇ ਹੋਰ ਪਰਸਨ ਬਾਰੇ ਇੱਥੇ ਗੱਲ ਕੀਤੀ ਜਾ ਰਹੀ ਤੁਸੀਂ ਇਹ ਨਹੀਂ ਕਹਿਣਾ ਮੈਨੂੰ ਨਹੀਂ ਪਤਾ ਜੀ ਉਹ ਕਿੱਥੇ ਹੈ ਅਤੇ ਉਹ ਕਦੋਂ ਵਾਪਸ ਆਏਗਾ। ਇਹ ਬਹੁਤ ਬੈਡ ਵਰਡਸ ਨੇ। ਲਾਈਕ ਨਾ ਤਾਂ ਆਪਾਂ ਕਹਿਣੀ ਵੀ ਨਹੀਂ ਹੁੰਦੀ ਹੈਗੀ ਇੱਥੇ ਹੋਟਲ ਇੰਡਸਟਰੀ ਦੇ ਵਿੱਚ ਜਾਂ ਕਿਸੇ ਵੀ ਇੰਡਸਟਰੀ ਦੇ ਵਿੱਚ। ਆਪਾਂ ਹਮੇਸ਼ਾ ਗੈਸਟ ਨੂੰ ਇੱਕ ਪ੍ਰੋਪਰ ਆਨਸਰ ਦੇਣਾ ਹੈ। ਹਾਂਜੀ ਸਰ, ਤੁਸੀਂ ਆਪਣਾ ਮੈਸੇਜ ਦਿਓ, ਤੁਸੀਂ ਮੈਨੂੰ ਆਪਣਾ ਨੰਬਰ ਲਿਖਵਾ ਦਿਓ, ਜਦੋਂ ਵੀ ਉਹ ਆਉਣਗੇ ਉਹ ਤੁਹਾਨੂੰ ਕਾਲ ਬੈਕ ਕਰਨਗੇ। ਇਹ ਚੀਜ਼ਾਂ ਹੁੰਦੀਆਂ ਨੇਗੀਆਂ ਮੈਨਰਸ। ਇਹ ਸੀ ਆਪਣਾ ਮੈਨਰਸ ਐਂਡ ਐਟੀਕੇਟਸ ਅਤੇ ਟੈਲੀਫੋਨ ਐਟੀਕੇਟਸ ਵਾਲਾ ਟੋਪਿਕ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਟੋਪਿਕ ਸਮਝ ਆਇਆ ਹੋਏਗਾ। ਥੈਂਕ ਯੂ।